ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਕਰ ਰਹੇ ਹਾਂ ਸਕੂਲੀ ਪੱਧਰ ਤੋਂ ਪੰਜਾਬੀ ਦੀ ਤਿਆਰੀ, ETT ਸੈਕੰਡ ਪੇਪਰ ਤੇ ਮਾਸਟਰ ਕੇਡਰ ਦੀ ਦੁਹਰਾਈ, ਕਿਉਂਕਿ ਮਾਸਟਰ ਕੇਡਰ ਦਾ ਵੀ ਬਹੁਤ ਕੁਝ ਹੈ ਸਕੂਲ ਦੀਆਂ ਕਿਤਾਬਾਂ ਦੇ ਵਿੱਚ, ਠੀਕ ਹੈ। ਉਹ ਆਪਣੀ ਦੁਹਰਾਈ ਕਰ ਸਕਦੇ ਆ। ਤਾਂ ਥਿਊਰੀ ਦੀ ਵੀਡੀਓ ਆਪਾਂ ਕਰਦੇ ਹੁੰਦੇ ਆ ਕਿਉਂਕਿ ਆਪਾਂ MCQ ਕਰ ਰਹੇ ਹਾਂ ਪਹਿਲੇ ਹੀ ਚੈਨਲ 'ਤੇ। ਤਾਂ ਇਸ ਤਰ੍ਹਾਂ ਹੁੰਦਾ ਆ ਕਿ ਕਈ ਸਾਇੰਸ ਵਾਲੇ ਸਟੂਡੈਂਟਸ ਨੇ ETT ਵਾਲੇ, ਤਾਂ ਜਿਨ੍ਹਾਂ ਦਾ ਬਿਲਕੁਲ ਟੱਚ ਨਹੀਂ ਹੈ, ਤਾਂ ਉਹਨਾਂ ਨੂੰ ਕਵੀਆਂ ਬਾਰੇ ਨਹੀਂ ਪਤਾ ਹੈ। ਸੋ ਜਦੋਂ ਪੜ੍ਹਨਗੇ ਤਾਂ ਉਹਨਾਂ ਦੇ ਲਈ MCQ ਜਿਹੜੇ ਅਟੈਂਪਟ ਕਰਨੇ ਈਜ਼ੀ ਹੋਣਗੇ। ਤਾਂ ਆਪਾਂ ਕਰਦੇ ਹਾਂ ਅੱਜ ਬਾਵਾ ਬਲਵੰਤ, ਠੀਕ ਹੈ ਜੀ। 11ਵੀਂ ਦੀ ਇਲੈਕਟਿਵ ਪੰਜਾਬੀ ਦੀ ਕਿਤਾਬ ਪੰਜਾਬੀ ਕਾਵ ਚਲਕਾ ਤੇ ਇਤਿਹਾਸ ਵਿੱਚੋਂ ਮੈਂ ਇਹ ਕਰਵਾ ਰਹੀ ਹਾਂ, ਠੀਕ ਹੈ ਜੀ। ਧਿਆਨ ਦੇ ਨਾਲ ਸੁਣਨਾ, ਪੂਰੇ ਮਨ ਦੇ ਨਾਲ ਸੁਣਨਾ। ਚਲੋ ਵੀ, ਬਾਵਾ ਬਲਵੰਤ 1915 ਤੋਂ 1972 ਤੱਕ ਦਾ ਇਹਨਾਂ ਦਾ ਸਮਾਂ ਹੈ, ਠੀਕ ਹੈ ਜੀ। ਤਾਂ ਜੀਵਨ ਬਾਰੇ ਇਹਨਾਂ ਦੇ ਪੜ੍ਹ ਲਈਏ। ਬਾਵਾ ਬਲਵੰਤ ਦਾ ਜਨਮ ਜਿਹੜਾ ਸੀ ਉਹ 1915 ਈਸਵੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੇਸ਼ਟਾ ਵਿਖੇ ਹੋਇਆ ਹੈ, ਠੀਕ ਹੈ। ਅੰਮ੍ਰਿਤਸਰ ਦੇ ਵਿੱਚ ਆਪਾਂ ਦੇਖਿਆ ਹੈ ਬਹੁਤ ਸਾਰੇ ਲੇਖਕ ਜਿਹੜੇ ਆ ਹੋਏ ਆ, ਠੀਕ ਹੈ। ਸੂਬਾ ਸਿੰਘ ਹੋ ਗਏ, ਫਿਰੋਜ਼ੁਦੀਨ ਸ਼ਰਫ, ਕਾਫੀ ਲੇਖਕ ਜਿਹੜੇ ਨੇ ਉੱਥੋਂ ਦੇ ਮਤਲਬ ਹੈਗੇ ਨੇ, ਠੀਕ ਹੈ ਜੀ। ਇਹ ਦੇਖ ਲੈਣਾ ਧਿਆਨ ਨਾਲ। ਉਹਨਾਂ ਦੇ ਪਿਤਾ ਠਾਕੁਰ ਦੀਨਾਨਾਥ, ਠੀਕ ਹੈ ਜੀ, ਕਈ ਭਾਸ਼ਾਵਾਂ ਜਾਣਦੇ ਸਨ। ਤਾਂ ਪਿਤਾ ਦੇ ਪਾਸੋਂ ਹੀ ਉਹਨਾਂ ਨੇ ਉਰਦੂ ਅਤੇ ਫਾਰਸੀ ਦਾ ਗਿਆਨ ਹਾਸਲ ਕੀਤਾ ਆ। ਉਹਨਾਂ ਨੇ ਰਸਮੀ ਵਿੱਦਿਆ ਦੇ ਲਈ ਕੋਈ ਸਕੂਲ ਜਾਂ ਕਾਲਜ ਦੇ ਵਿੱਚ ਨਹੀਂ ਗਏ ਉਹ, ਠੀਕ ਹੈ ਜੀ। ਬਲਵੰਤ ਦੀ ਸਾਰੀ ਜ਼ਿੰਦਗੀ ਗਰੀਬੀ ਦੀ ਹਾਲਤ ਵਿੱਚ ਹੀ ਲੰਘੀ, ਦੇਖੋ, ਠੀਕ ਹੈ ਨਾ। ਤਾਂ ਜੀਵਨ ਨਿਰਬਾਹ ਲਈ ਉਹਨਾਂ ਨੂੰ ਕਈ ਪ੍ਰਕਾਰ ਦੇ ਨਿੱਕੇ ਮੋਟੇ ਕੰਮ ਧੰਦੇ ਵੀ ਕਰਨੇ ਪਏ। ਸੋ ਇਸ ਤਰ੍ਹਾਂ ਦੀਆਂ ਜਦੋਂ ਅਸੀਂ ਸ਼ਖਸੀਅਤਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਠੀਕ ਹੈ ਨਾ। ਆਪਣੇ ਤੋਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਤੋਂ ਬੜੀਆਂ ਸਹੂਲਤਾਵਾਂ ਨੇ। ਕਈ ਵਾਰੀ ਆਪਾਂ ਕਰਦੇ ਹਾਂ ਕਿ ਸਾਡੇ ਕੋਲ ਇਹ ਹੈ ਨਹੀਂ ਪਤਾ ਹੁੰਦਾ, ਪਰ ਜਦੋਂ ਅਸੀਂ ਆਪਣੇ ਤੋਂ ਨੀਚੇ ਵਾਲਿਆਂ ਨੂੰ ਦੇਖਦੇ ਨਾ, ਫਿਰ ਸਾਨੂੰ ਸਮਝ ਆਉਂਦੀ ਕਿ ਨਹੀਂ, ਸਾਡੇ ਕੋਲ ਤਾਂ ਬਹੁਤ ਕੁਛ ਆ। ਹੁਣ ਦੇਖੋ ਇਹਨਾਂ ਨੇ ਕਿੰਨੀ ਤੰਗੀ ਦੇ ਵਿੱਚ ਜੀਵਨ ਜਿਹੜਾ ਕੱਟਿਆ ਹੋਵੇਗਾ। 1972 ਈਸਵੀ ਵਿੱਚ ਉਸਦਾ ਦੇਹਾਂਤ ਦਿੱਲੀ ਵਿਖੇ ਹੋ ਗਿਆ ਸੀ, ਠੀਕ ਹੈ ਜੀ। ਇਹ ਨੋਟ ਕਰ ਲੈਣਾ। ਅੱਗੇ ਆਉਂਦੀਆਂ ਨੇ ਇਹਨਾਂ ਦੀਆਂ ਕਾਵਿਕ ਰਚਨਾਵਾਂ। ਬਾਵਾ ਬਲਵੰਤ ਨੇ ਆਰੰਭ ਵਿੱਚ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਸੀ, ਠੀਕ ਹੈ ਜੀ। ਜਦੋਂ ਸ਼ੁਰੂਆਤ ਸੀਗੀ ਉਹਨਾਂ ਦੀ ਤਾਂ ਉਹਨਾਂ ਨੇ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਸੀ, ਨੋਟ ਕਰ ਲੈਣਾ। ਉਸ ਦੀ ਪਹਿਲੀ ਪੁਸਤਕ ਸ਼ੇਰੇ ਹਿੰਦ ਸੀਗੀ। ਕਿਹੜੀ ਪੁਸਤਕ ਸੀ ਵੀ? ਸ਼ੇਰੇ ਹਿੰਦ। ਸ਼ਹੀਦ ਭਗਤ ਸਿੰਘ ਜੀ ਬਾਰੇ ਸੀ, ਇਸ ਕਰਕੇ ਅੰਗਰੇਜ਼ਾਂ ਨੇ ਇਹ ਕਿਤਾਬ ਜਿਹੜੀ ਸੀ ਜ਼ਬਤ ਕਰ ਲਈ ਸੀ, ਆਪਣੇ ਕੋਲ ਰੱਖ ਲਈ ਸੀ। ਪੰਜਾਬੀ ਵਿੱਚ ਉਸਨੇ ਕਵਿਤਾ ਤੇ ਵਾਰਤਕ ਲਿਖੀ, ਪਰ ਜ਼ਿਆਦਾ ਮਸ਼ਹੂਰੀ ਇਹਨਾਂ ਦੀ ਜਾਂ ਜ਼ਿਆਦਾ ਪ੍ਰਸਿੱਧੀ ਜਿਹੜੀ ਹੈ ਇਹਨਾਂ ਦੀ ਕਵੀ ਦੇ ਤੌਰ ਤੇ ਹੋਈ ਹੈ। ਅੱਗੇ ਇਹਨਾਂ ਦੀਆਂ ਕਾਵਿਕ ਰਚਨਾ ਜੋ ਕਿ ਆਪਾਂ ਨੋਟ ਕਰਨੀਆਂ ਨੇ, ਠੀਕ ਹੈ ਜੀ। ਨਿੱਕੀ ਤੋਂ ਨਿੱਕੀ ਗੱਲ ਵੀ ਨੋਟ ਕਰਨੀ ਚਾਹੀਦੀ ਹੈ, ਠੀਕ ਹੈ ਨਾ, ਕਿਤੇ ਨਾ ਕਿਤੇ ਪੇਪਰ 'ਚ ਆਪਣੇ ਕੰਮ ਆ ਜਾਂਦੀ ਆ। ਹਾਂਜੀ, ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ ਅਤੇ ਸੁਗੰਧ ਸਮੀਰ, ਇਹ ਉਹਨਾਂ ਦੀਆਂ ਕਾਵ ਪੁਸਤਕਾਂ ਨੇ। ਇਹ ਸਾਰੀਆਂ ਕਾਵ ਪੁਸਤਕਾਂ ਜਿਹੜੀਆਂ ਨੇ ਇਹ ਆਪਾਂ MCQ ਲੜੀ ਦੇ ਵਿੱਚ ਕਰ ਲਈਆਂ ਹੋਈਆਂ ਨੇ, ਠੀਕ ਹੈ ਜੀ। ਅੱਗੇ ਇਹਨਾਂ ਦੀ ਪ੍ਰਕਿਰਤੀ ਦੇਖੋ, ਕਿਸ ਤਰ੍ਹਾਂ ਦੇ ਕਿਸ ਕਵੀ ਸੀ ਇਹ, ਠੀਕ ਹੈ ਜੀ। ਬਾਵਾ ਬਲਵੰਤ ਪੰਜਾਬੀ ਦੇ ਪ੍ਰਗਤੀਵਾਦੀ ਤੇ ਬੌਧਿਕ ਕਵੀ ਸੀ, ਨੋਟ ਕਰਨ ਵਾਲੀ ਗੱਲ ਆ ਪਹਿਲੀ ਹੀ, ਠੀਕ ਹੈ ਜੀ। ਪ੍ਰਗਤੀਵਾਦੀ ਸੀ ਤੇ ਬੌਧਿਕ ਕਵੀ ਸੀ, ਪ੍ਰਗਤੀਵਾਦੀ ਪ੍ਰਕਿਰਤੀ ਸੀ ਇਹਨਾਂ ਦੀ। ਉਸਨੇ ਅਗਰਗਾਮੀ ਵਿਚਾਰਾਂ ਨੂੰ ਸਥਿਰਤਾ ਨਾਲ ਅਪਣਾਇਆ, ਠੀਕ ਹੈ ਜੀ। ਅੱਗੇ ਮੱਧਕਾਲੀ ਦ੍ਰਿਸ਼ਟੀਕੋਣ ਅਰਥਾਤ ਰਹੱਸਵਾਦੀ ਸੋਚ ਨੂੰ ਚੇਤਨ ਪੱਧਰ ਤੇ ਤਿਆਗਿਆ ਹੈ, ਠੀਕ ਹੈ ਜੀ। ਮਤਲਬ ਮਾਰਕਸਵਾਦੀ ਦ੍ਰਿਸ਼ਟੀਕੋਣ ਸੀ ਇਹਨਾਂ ਦਾ, ਦੇਖਿਓ ਅੱਗੇ ਹੁਣ ਤੁਸੀਂ। ਉਸ ਦੀ ਕਾਵ ਰਚਨਾ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਬਾਵਾ ਆਪਣੇ ਪੁਰਾਣੇ ਸਾਹਿਤ, ਧਰਮ, ਇਤਿਹਾਸ ਤੇ ਮਿਥਿਹਾਸ ਦਾ ਗਿਆਤਾ ਸੀ, ਠੀਕ ਹੈ ਜੀ। ਜੀਵਨ, ਸਾਹਿਤ ਤੇ ਸਮਾਜ ਪ੍ਰਤੀ ਉਸਦਾ ਦ੍ਰਿਸ਼ਟੀਕੋਣ ਮਾਰਕਸਵਾਦੀ ਸੀ, ਠੀਕ ਹੈ ਜੀ। ਬਾਵਾ ਬਲਵੰਤ ਪੰਜਾਬੀ ਦਾ ਉਹ ਪਹਿਲਾ ਕਵੀ ਹੈ ਜਿਸਨੇ ਚੇਤਨ ਤੌਰ ਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਹੈ, ਠੀਕ ਹੈ ਜੀ। ਇਹ ਨੋਟ ਕਰ ਲੈਣਾ ਵੀ ਮਾਰਕਸਵਾਦੀ ਵਿਚਾਰਧਾਰਾ ਵਾਲੇ ਕਵੀ ਨੇ, ਪਹਿਲੇ ਕਵੀ ਨੇ, ਠੀਕ ਹੈ ਜੀ। ਤੇ ਸਾਹਿਤ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ। ਭਾਵੇਂ ਉਸਦੀ ਕਵਿਤਾ ਵਿੱਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ, ਠੀਕ ਹੈ ਜੀ। ਉਸਦੀ ਮੁੱਢਲੀਆਂ ਕਵਿਤਾਵਾਂ ਦਾ ਵਿਸ਼ਾ ਪਿਆਰ ਹੀ ਹੈ, ਜਿਹੜੀ ਸ਼ੁਰੂ ਵਿੱਚ ਲਿਖਦੇ ਰਹੇ ਨੇ। ਦੇਖੋ ਜਿਵੇਂ ਹੁਣ ਆ ਕਵਿਤਾਵਾਂ ਨੇ, ਸਾਗਰ ਕੇ ਪਿਆਲਾ, ਕੌਣ ਆਇਆ, ਮਜਬੂਰੀ, ਤੇਰਾ ਇੱਕ ਦਿਲ ਹੈ ਜਾਂ ਦੋ, ਇਹ ਕਵਿਤਾ ਉਹਨਾਂ ਦੀ ਬੜੀ ਪ੍ਰਸਿੱਧ ਆ। ਤੇਰਾ ਇੱਕ ਦਿਲ ਹੈ ਜਾਂ ਦੋ, ਇਹ BA ਵਿੱਚ ਲੱਗੀ ਹੁੰਦੀ ਸੀ ਪਹਿਲਾਂ ਕਵਿਤਾ ਬਾਵਾ ਬਲਵੰਤ ਜੀ ਦੀ, ਠੀਕ ਹੈ ਜੀ। ਫਸਟ ਸੈਕਿੰਡ ਈਅਰ 'ਚ ਲੱਗੀ ਸੀਗੀ ਕਿਤੇ, ਠੀਕ ਹੈ ਨਾ। ਇਹ ਨੋਟ ਕਰ ਲੈਣਾ ਧਿਆਨ ਨਾਲ, ETT ਵਾਲਿਆਂ ਨੇ ਵੀ ਤੇ ਮਾਸਟਰ ਕੇਡਰ ਨੇ ਵੀ। ਆਦਿ ਕਵਿਤਾਵਾਂ ਪਿਆਰ ਦੇ ਵਿਸ਼ੇ ਉੱਤੇ ਲਿਖੀਆਂ ਗਈਆਂ ਹਨ, ਪਰ ਉਸ ਦੀ ਕਾਵ ਰਚਨਾ ਦੇ ਪ੍ਰਮੁੱਖ ਵਿਸ਼ੇ ਕ੍ਰਾਂਤੀ, ਅਮਨ, ਜੰਗ, ਕਲਾ, ਦਰਸ਼ਨ ਸੀ, ਠੀਕ ਹੈ ਜੀ। ਇਹ ਨੋਟ ਕਰ ਲੈਣੇ ਵਿਸ਼ੇ। ਬਾਵਾ ਬਲਵੰਤ ਇੱਕੋ ਇੱਕ ਲੋਕ ਪੱਖੀ ਤੇ ਸਮਾਜਵਾਦੀ ਕਵੀ ਸੀ।
ਉਹਨਾਂ ਨੇ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਵਿੱਚ ਅਨੇਕਾਂ ਕਵਿਤਾਵਾਂ ਲਿਖੀਆਂ। ਪੂੰਜੀਪਤੀਆਂ ਦੁਆਰਾ ਲੁੱਟ ਦੇ ਵਿਰੁੱਧ ਲੋਕਾਂ ਨੂੰ ਹਥਿਆਰਬੰਦ ਹੋਣ ਲਈ ਪ੍ਰੇਰਨਾ ਦਿੱਤੀ ਉਹਨਾਂ ਨੇ, ਕਿਉਂਕਿ ਉਹਨਾਂ ਦਾ ਦ੍ਰਿਸ਼ਟੀਕੋਣ ਮਾਰਕਸਵਾਦੀ ਸੀ। ਸੋ ਠੀਕ ਹੈ ਨਾ, ਉਹਨਾਂ ਨੇ ਪੂੰਜੀਪਤੀਆਂ ਦੀ ਲੁੱਟ ਦੇ ਵਿਰੁੱਧ ਵੀ ਜਿਹੜਾ ਹੈ ਕਾਫੀ ਕੁਝ ਲਿਖਿਆ ਹੈ। 17 ਨੋਟ ਕਰੋ, ਸਮੇਂ ਦੀ ਮਿਟਾ ਦੇ ਨਵੀਂ ਹੁਸ਼ਿਆਰੀ ਤੇ ਤਹਿ ਤੇਗ ਕਰਦੇ ਇਸ ਸਰਮਾਏਦਾਰੀ, ਕਿਸਾਨਾਂ ਦੀਆਂ ਝੁੱਗੀਆਂ ਵਿਅਕਤ ਕਰਦੇ ਤੂੰ ਅਰਸ਼ਾਂ ਦੀ ਬਿਜਲੀ ਹਥੌੜੇ 'ਚ ਭਰਦੇ। ਠੀਕ ਹੈ ਜੀ, ਇਹਨੂੰ ਨੋਟ ਕਰ ਲੈਣਾ। ਇਹ 17 ਜਿਹੜੀਆਂ ਨੇ ਬਾਵਾ ਬਲਵੰਤ ਜੀ ਦੀਆਂ ਨੇ। ਬਾਵਾ ਸਮਝਦਾ ਹੈ ਕਿ ਪੂੰਜੀਵਾਦੀ ਸਮਾਜ ਨਿੱਜੀ ਮਾਲਕੀ ਦੀ ਸਰਦਾਰੀ ਦਾ ਸਮਾਜ ਹੈ। ਇਸ ਵਿੱਚ ਲੋਕਾਂ ਨੂੰ ਧਰਮ, ਰੱਬ ਤੇ ਸਵਰਗ ਆਦਿ ਦੇ ਲਾਰੇ ਲਾ ਕੇ ਗੁਲਾਮ ਰੱਖਿਆ ਜਾਂਦਾ ਹੈ। ਵਾਕਈ ਇਸੇ ਤਰ੍ਹਾਂ ਹੀ ਹੁੰਦਾ ਹੈ। ਇਸ ਲਈ ਉਹ ਧਰਮ ਦਾ ਕੱਟੜ ਵਿਰੋਧੀ ਹੈ। ਠੀਕ ਹੈ, ਇਹ ਨੋਟ ਕਰ ਲੈਣਾ ਤੁਸੀਂ। ਦੇਖੋ ਆਪਾਂ ਜਦੋਂ ਸਾਰਾ ਇੰਪੋਰਟੈਂਟ ਪੜ੍ਹਦੇ ਜਾਵਾਂਗੇ, ਸਾਰਾ ਪੜ੍ਹਨਾ ਚਾਹੀਦਾ ਕਿਤੇ, ਠੀਕ ਹੈ ਨਾ, ਵਿੱਚੋਂ ਜੋ ਇੰਪੋਰਟੈਂਟ ਹੈ ਫਿਰ ਉਹ ਸਾਡੇ ਦਿਮਾਗ ਵਿੱਚ ਰਹਿੰਦਾ ਹੈ। ਜੇ ਅਸੀਂ 100% ਪੜ੍ਹਾਂਗੇ ਤਾਂ 70% ਤਾਂ ਸਾਨੂੰ ਯਾਦ ਰਹੇਗਾ ਨਾ। ਤਾਂ ਇਹ ਨਹੀਂ ਕਹਿਣਾ ਕਿ ਅਸੀਂ ਮੇਨ ਪੜ੍ਹ ਲਈਏ, ਸਾਰਾ ਕੁਝ ਪੜ੍ਹੀਦਾ ਹੁੰਦਾ ਹੈ। ਬਾਵਾ ਅਮਨ ਦਾ ਸਮਰਥਕ ਹੈ। ਠੀਕ ਹੈ ਜੀ, ਸ਼ਾਂਤੀ ਦਾ। ਉਹ ਭਾਵੇਂ ਹਥਿਆਰਬੰਦ ਕ੍ਰਾਂਤੀ ਦਾ ਹਾਮੀ ਵੀ ਹੈ, ਜਿਵੇਂ ਉੱਪਰ ਅਸੀਂ ਪੜ੍ਹਿਆ ਹੈ, ਪਰ ਦੇਸ਼ ਦੇ ਰਾਜਨੀਤਿਕ ਲੀਡਰਾਂ ਦੀ ਤਾਕਤ ਦੀ ਹਵਸ ਪੂਰੀ ਕਰਨ ਲਈ ਲੜੇ ਜਾਂਦੇ ਯੁੱਧਾਂ ਦੇ ਵਿਰੁੱਧ ਹੈ, ਕਿਉਂਕਿ ਉਹ ਜਾਣਦਾ ਕਿ ਅਜਿਹੇ ਯੁੱਧ ਵਿੱਚ ਆਮ ਲੋਕਾਂ ਦਾ ਹੀ ਜੀਵਨ ਦੁੱਭਰ ਹੁੰਦਾ ਹੈ, ਉਹਨਾਂ ਦਾ ਹੀ ਜੀਵਨ ਦੁੱਭਰ ਇਹ ਕਰਦੇ ਆ। ਤਲਵਾਰ ਦਾ ਹੀ ਰਾਜ ਹੈ ਜਦ ਤੱਕ ਜਹਾਨ ਤੇ ਹਰਦਮ ਮੁਸੀਬਤਾਂ ਨੇ ਖਲਕਤ ਦੀ ਜਾਨ ਤੇ। ਇਹ ਨੋਟ ਕਰ ਲੈਣਾ ਜੀ। ਠੀਕ ਹੈ ਜੀ, ਅੱਗੇ ਵੀ ਦੇਸ਼ ਭਗਤੀ ਦੇ ਨਾਂ ਤੇ ਲੜੀਆਂ ਜਾਂਦੀਆਂ ਯੰਗਾਂ ਗਰੀਬਾਂ ਦੀ ਤਬਾਹੀ ਦਾ ਕਾਰਨ ਬਣਦੀਆਂ ਨੇ। ਇਸ ਲਈ ਬਾਵਾ ਮਨੁੱਖਤਾ ਦੀ ਅੰਤਰਰਾਸ਼ਟਰੀ ਸਾਂਝ ਦਾ ਵੀ ਸਮਰਥਕ ਹੈ, ਕਿਉਂਕਿ ਉਹ ਜਾਣਦਾ ਕਿ ਕਿੱਤੀ ਕਿਸਾਨ ਦੀ ਸਥਿਤੀ ਸਮੁੱਚੇ ਵਿਸ਼ਵ ਵਿੱਚ ਇੱਕੋ ਜਿਹੀ ਹੈ। ਠੀਕ ਹੈ ਨਾ, ਤੁਸੀਂ ਹਾਂ ਇੱਕ ਮੰਜ਼ਲ ਦੇ ਰਾਹੀਂ ਸਾਡੇ ਖੇਤ ਦੇ ਸਾਂਝੇ ਦੁੱਖ ਦੇ ਮਾਰੇ। ਠੀਕ ਹੈ ਨਾ, ਇਹਨੂੰ ਨੋਟ ਕਰ ਲੈਣਾ ਵੀ। ਮਤਲਬ ਸਾਰੇ, ਇਹ ਨਹੀਂ ਕਿ ਭਾਰਤ ਵਿੱਚ ਹੀ ਇੱਦਾਂ ਹੈ, ਸਾਰੇ ਦੇਸ਼ਾਂ ਵਿੱਚ ਕਿਰਤੀਆਂ ਦੀ ਹਾਲਤ ਅਜਿਹੀ ਹੀ ਹੈ। ਠੀਕ ਹੈ ਨਾ, ਉਹ ਇਹ ਦੱਸ ਰਹੇ ਨੇ ਕਿਰਤੀ ਕਿਸਾਨਾਂ ਦੀ। ਰੂਪਕ ਪੱਖ ਦੇਖੋ ਅੱਗੇ ਉਹਨਾਂ ਦੀ ਕਵਿਤਾ ਦੇ ਵਿੱਚ ਕੀ ਰੂਪਕ ਪੱਖ ਨੇ। ਰੂਪਕ ਪੱਖ ਤੋਂ ਬਾਵੇ ਦੀ ਕਵਿਤਾ ਮਹਾਨ ਹੈ, ਕਿਉਂਕਿ ਇਸ ਵਿੱਚ ਕਲਾ ਤੇ ਵਿਸ਼ਾ ਇਕਸੁਰ ਹੈ। ਉਸ ਦੀ ਭਾਸ਼ਾ ਉੱਪਰ ਉਰਦੂ ਫਾਰਸੀ ਦਾ ਪ੍ਰਭਾਵ ਹੈ। ਕਾਹਦਾ ਪ੍ਰਭਾਵ ਹੈ? ਵੀ ਉਰਦੂ ਫਾਰਸੀ ਦਾ। ਤੇ ਕਦੇ ਕਦੇ ਉਸ ਦੀ ਕਵਿਤਾ ਦਾ ਪੱਧਰ ਜਨ ਸਧਾਰਨ ਤੋਂ ਉਚੇਰਾ ਹੋ ਜਾਂਦਾ ਹੈ। ਕਵਿਤਾ ਵਿੱਚ ਪੁਰਾਤਨ ਇਤਿਹਾਸ ਤੇ ਮਿਥਿਹਾਸ ਦੇ ਹਵਾਲੇ ਕਦੇ ਕਦੇ ਇਸ ਦੀ ਰੋਚਕਤਾ ਵੀ ਘਟਾਉਂਦੇ, ਕਦੇ ਕਦੇ ਕਵਿਤਾ ਬੋਰਿੰਗ ਵੀ ਲੱਗਣ ਲੱਗ ਪੈਂਦੀ ਆ, ਪਰ ਉਸ ਦੇ ਬਿੰਬ ਚਿੱਤਰ ਤੇ ਅਲੰਕਾਰ ਉਸ ਦੀ ਮੌਲਿਕਤਾ ਤੇ ਪਕੇਰੀ ਕਲਾ ਸੂਝ ਦੇ ਸੂਚਕ ਹਨ। ਧੰਨਵਾਦ ਦੀ ਕਬਜ਼ੇ ਵਿੱਚ ਆਈ ਸੁੰਦਰਤਾ ਦੀ ਆਜ਼ਾਦੀ ਲਈ ਤੜਪ ਨੂੰ ਬਾਵਾ ਨੇ ਰੋਜ਼ ਉਸ ਦਾ ਹਾਰ ਤੇ ਰਾਤ ਰਾਣੀ ਦੀ ਸੁਗੰਧ ਵਰਗੀਆਂ ਨਾਮੀ ਕਵਿਤਾਵਾਂ ਵਿੱਚ ਬੜੇ ਮੌਲਿਕ ਤੇ ਜੀਵਨ ਬਿੰਬਾਂ ਰਾਹੀਂ ਪ੍ਰਗਟਾਇਆ ਹੈ। ਇਹ ਉਹਨਾਂ ਦੀਆਂ ਕਵਿਤਾਵਾਂ ਨੋਟ ਕਰਨਾ। ਰੋਜ਼ ਉਸ ਦਾ ਹਾਰ, ਰਾਤ ਰਾਣੀ ਦੀ ਸੁਗੰਧ। ਹਾਂ ਦੇਖੋ ਵੀ 17 ਇੰਪੋਰਟੈਂਟ ਨੇ। ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਂਦੀ ਆ ਕੇ ਬਣਵਾਇਆ ਕਰੇ, ਮੇਰੇ ਪੁੱਛਣ ਤੇ ਟੁੱਟਾ ਕਿਸ ਤਰ੍ਹਾਂ, ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ। ਜਾਂ ਰਾਤ ਰਾਣੀ ਦੀ ਸੁਗੰਧ ਆ ਹੀ ਜਾਂਦੀ ਹੈ, ਚਾਹੇ ਹੁੰਦੇ ਨੇ ਮੇਰੇ ਦਰ ਬੰਦ। ਠੀਕ ਹੈ, ਨੋਟ ਕਰ ਲੈਣਾ ਉਹਨਾਂ ਦੀਆਂ 17। ਬਾਵਾ ਬਲਵੰਤ ਨੇ ਗੀਤ, ਗਜ਼ਲ, ਲਹਿਮਈ ਆਧੁਨਿਕ ਕਵਿਤਾਵਾਂ ਲਿਖੀਆਂ ਹਨ। ਉਸ ਦੀ ਸਮੁੱਚੀ ਰਚਨਾ ਦਾ ਸਰਬੋਤਮ ਤੱਤ ਉਸ ਦਾ ਆਪਣਾ ਵਿਅਕਤੀਤਵ ਹੈ, ਜਿਸ ਕਾਰਨ ਉਹ ਆਧੁਨਿਕ ਯੁੱਗ ਦੇ ਸਾਰੇ ਕਵੀਆਂ ਨਾਲੋਂ ਵੱਖਰਾ ਹੈ। ਠੀਕ ਹੈ ਜੀ, ਤਾਂ ਨੋਟ ਕਰ ਲੈਣਾ। ਠੀਕ ਹੈ ਨਾ, ਦੇਖੋ ਬਾਵਾ ਬਲਵੰਤ ਜੀ ਬਾਰੇ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀ ਪ੍ਰਕਿਰਤੀ, ਉਹਨਾਂ ਦੇ ਵਿਸ਼ੇ ਕਵਿਤਾਵਾਂ ਨੇ ਨੋਟ ਕਰ ਲੈਣਾ, ਕਵਿਤਾਵਾਂ ਨੋਟ ਕਰ ਲੈਣਾ। ਠੀਕ ਹੈ ਜੀ, ਕੱਲ੍ਹ ਆਪਾਂ ਕੋਈ ਹੋਰ ਨਵਾਂ ਕਵੀ ਕਰਾਂਗੇ। ਤਾਂ ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੇ ਚੰਗਾ ਲੱਗਦਾ ਹੁੰਦਾ, ਤਾਂ ਆਪਣੇ ਸਾਥੀਆਂ ਨੂੰ ਵੀ ਸ਼ੇਅਰ ਕਰ ਦਿਆ ਕਰੋ। ਠੀਕ ਹੈ ਜੀ।